सतनाम श्री वाहिगुरु साहिब जी। बिलावल महला पहला शांत बखड़ी एक ओंकार सतगुर प्रसाद। मुंद नवेलड़िया गोल आई रामा मत की बार करी हर लिवलाई रामा। मुंद नवेलड़िया गोल आई रामा मत की बार करी हर लिवलाई रामा। लिवलाए घर सो रही बोले सहज शब्द सिगारिया कर देव गुर कह कर बेनंती मिले साच प्यारिया। तन पाए भगती देख प्रीतमा काम क्रोध निवारिया। नानक मुंद नवेल सुंदर देख तेरे साधारिया। तन पाए भगती देख प्रीतमा काम क्रोध निवारिया। नानक मुंद नवेल सुंदर देख तेरे साधारिया। वाहिगुरु जी का खालसा वाहिगुरु जी की फतेह। गरीब निवाज श्री गुरु ग्रंथ साहिब महाराज जी की पवित्र हजूरी अंदर सतगुरां दी निवाजी हुई मुकद्दस धरती ते अदब प्यार विच सजी साध संगत सिक्खी दे केंद्र सचखंड श्री हरमंदर साहिब श्री दरबार साहिब तो जो गुरु साहिब जी का फरमान साडे सारियां नूं बख्शिश होया गुरु चरनां च जोदरी करिए गुरु के हुक्म की समझ साडी सोझी विच पवे। गुरु के हुक्म की विचार साडी जिंदगी का हिस्सा बने। जो हुक्म साहिब ने बख्शिया चार पदियां का ये पवित्र शब्द है शंत, जिहदे विचों पहला पदा आप जी ने गुरमुख प्यारियां की रसना तो सरवण किया। एक पदा इसलिए पढ़िया गया कि अगे सारे शब्द की वाकफी भी हो जाएगी, नाल समय दे विच विचार भी हो सके। तो नाल नाल तुसी सारा हुक्म भी अगे सुनना है तो जोदरी करनी है कि सतगुरु विचार भी साडी सोझी च पाउण। गुरुदेव जी ने बख्शिश की है शब्द के आरंभ विच वाहिगुरु एक है, एक रस व्यापक है, कुल कायनात विच जर्रे जर्रे विच समाया होया है, कण कण विच रमिया होया है। एक ओंकार
ਇਹ ਲੰਬੀ ਕਾਰ ਰੇਖਤੀ ਭਾਸ਼ਾ ਦਾ ਉਹ ਪ੍ਰਤੀਕ ਹੈ ਜਿਹੜੀ ਸਾਨੂੰ ਇਹ ਸਮਝ ਦੇ ਰਹੀ ਹੈ ਕਿ ਵਾਹਿਗੁਰੂ ਨਿਰੰਤਰ ਲਗਾਤਾਰ ਕਦੀ-ਕਦੀ ਨਹੀਂ, ਕੋਈ ਵਿਸ਼ੇਸ਼ ਥਿੱਤ ਨਹੀਂ ਹੈ ਕਿ ਜਿੱਦਣ ਭਗਵਾਨ ਦਾ ਜਨਮ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਬਚਨ ਕਿਹਾ, ਜੇ ਕਿਸੇ ਖਾਸ ਥਿੱਤ ਨੂੰ ਹੀ ਭਗਵਾਨ ਦਾ ਜਨਮ ਹੋਣਾ ਹੁੰਦਾ ਤੇ ਸੰਸਾਰ ਵਾਲਿਆਂ ਨੇ ਲਗਭਗ 365 ਦਿਨ ਸਾਲ ਦੇ ਮੰਨੇ ਆ। ਉਸ ਤੋਂ ਪਹਿਲਾਂ ਜਿਹੜੇ 364 ਦਿਨ ਸੀ, ਕੀ ਭਗਵਾਨ ਹੈ ਹੀ ਨਹੀਂ ਸੀ? ਬਾਕੀਆਂ ਥਿੱਤਾਂ ਨੂੰ ਪਾਸੇ ਰੱਖ ਦਿੱਤਾ ਤੇ ਇੱਕ ਥਿੱਤ ਨੂੰ ਮਿਥ ਲਿਆ ਕਿ ਇਹ ਥਿੱਤ ਜਿਹੜੀ ਹੈ, ਇਹ ਤਰੀਕ ਜਿਹੜੀ ਹੈ, ਇਹ ਦਿਨ ਹੈ ਜੋ ਇਹ ਅਸ਼ਟਮੀ ਦੇ ਦਿਨ ਭਗਵਾਨ ਜੰਮਿਆ। ਤੇ ਮਹਾਰਾਜ ਸਾਨੂੰ ਸਵਾਲ ਕਰਦੇ, ਸਗਲ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ। ਇਦਾਂ ਦੀ ਮਨੌਤ ਨੂੰ ਮੰਨਣ ਵਾਲਿਆਂ ਪ੍ਰਤੀ ਸਿੱਖਾਂ ਲਈ ਜੋ ਹੁਕਮ ਹੈ ਸਾਧ ਸੰਗਤ, ਮਤਲਬ ਇਹ ਨਹੀਂ ਕਿ ਸਿੱਖ ਕੋਈ ਖਾਸ ਦਿਨ ਵੇਖੇ ਤੇ ਫਿਰ ਉਦਾਂ ਦੇ ਸੋਲੇ ਗਾਣੇ ਸ਼ੁਰੂ ਕਰ ਦਿੱਤੇ ਜਿੱਦਾਂ ਦੀ ਪ੍ਰਵਿਰਤੀ ਅੱਜ ਬਣੀ ਹੈ ਸਾਡੀ, ਜਾਂ ਬੰਦਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਤੇ ਜਾਂ ਆਪ ਪੈਸਿਆਂ ਤੋਂ ਪ੍ਰਭਾਵਿਤ ਹੋ ਕੇ। ਹਜ਼ੂਰ ਕਹਿੰਦੇ ਸਗਲ ਥੀਤ ਪਾਸਦਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਥੀ। ਇਹ ਜਗਤ ਦੀ ਮਨੌਤ ਹੈ। ਜੇ ਗੁਰੂ ਦਾ ਫੈਸਲਾ ਕੀ ਹੈ, ਭਰਮੇ ਭੁੱਲੇ ਨਰ ਕਰਤ ਕਚਰਾਇਣ, ਭਰਮ ਚ ਭੁੱਲੇ ਹੋਏ ਕੱਚੀਆਂ ਬਾਤਾਂ ਕਰ ਰਹੇ ਨੇ, ਜਦ ਕਿ ਅਸਲੀਅਤ ਇਹ ਹੈ ਕਿ ਜਨਮ ਮਰਨ ਤੇ ਰਹਿਤ ਨਰਾਇਣ। ਮੇਰੇ ਵਾਹਿਗੁਰੂ ਜੀ ਨੂੰ ਕੋਈ ਹਰੀ ਕਵੇ, ਕੋਈ ਭਗਵਾਨ ਕਵੇ, ਕੋਈ ਖੁਦਾ ਕਵੇ, ਕੋਈ ਪਰਮੇਸ਼ਰ ਕਵੇ, ਕੁਝ ਵੀ ਕਹਿ ਕੇ ਬੁਲਾਵੇ, ਪਰ ਉਹਦਾ ਇਹ ਉੱਤਮ ਗੁਣ ਹੈ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਭਾਗਾਂ ਵਾਲਿਓ, ਇਹ ਮਤ ਸੋਚਿਓ ਕਿ ਅੱਜ ਭਗਵਾਨ ਦਾ ਜਨਮ ਦਿਨ ਹੈ। ਭਗਵਾਨ ਜਨਮ ਤੇ ਮਰਨ ਤੋਂ ਰਹਿਤ ਹੈ। ਤੇ ਸਾਡਾ ਜਿਹੜਾ ਅਸੀਂ ਗੁਰੂ ਦੀ ਗੱਲ ਕਰਨ ਵਾਲਿਆਂ ਨਾ, ਸਾਡਾ ਵੱਡਾ ਪ੍ਰਤੀਬੰਧ ਸੀ ਦੁਨੀਆ ਨੂੰ ਦੱਸਣਾ, ਨਾ ਕਿ ਦੁਨੀਆ ਦੇ ਪ੍ਰਭਾਵ ਥੱਲੇ ਆ ਕੇ ਅਸੀਂ ਵੀ ਉਸੇ ਚਾਲ 'ਚ ਰਹਿਣਾ। ਜਿਹਨੂੰ ਅਸੀਂ ਪ੍ਰਚਾਰ ਕਹਿੰਦੇ ਆ, ਤੇ ਪ੍ਰਚਾਰ ਦਾ ਮੂਲ ਸਰੋਤ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਹਦੇ 'ਚੋਂ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਆ। ਇਹਦੀ ਉੱਤਮ ਗੁਣ ਹੈ ਕਿ ਉਹ ਆਜ਼ੂਨੀ ਹੈ, ਉਹ ਜੀਭ ਜਲ ਜਾਣੀ ਚਾਹੀਦੀ। ਮਹਾਰਾਜ ਕਹਿੰਦੇ ਜਿਹੜੀ ਭਗਵਾਨ ਨੂੰ ਜੂਨਾਂ ਵਿੱਚ ਆਖਦੀ ਹੈ, ਜਿਹੜਾ ਅਕਾਲ ਹੈ, ਨਿਰਭਉ ਹੈ, ਆਪਣੇ ਆਪ ਤੋਂ ਸਹਿ ਭੰਗ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ, ਉਹਦਾ ਇਹ ਵੀ ਗੁਣ ਹੈ ਕਿ ਉਹ ਆਜੂਨੀ ਹੈ। ਉਹ ਜੂਨ ਵਿੱਚ ਨਹੀਂ ਆਇਆ ਕਿ ਫਲਾਣੀ ਜੂਨ 'ਚ ਫਲਾਣੇ ਰੂਪ ਵਿੱਚ, ਇਸ ਲਈ ਉਹਨੂੰ ਨਿਰੰਕਾਰ ਕਿਹਾ ਸਾਧ ਸੰਗਤ। ਤਾਂ ਉਹ ਕੀ ਹੈ? ਇੱਕ ਓੰਕਾਰ। ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ, ਪਾਤੀ ਪਾਤੀ ਜੀਓ। ਇੱਕ ਭਗਵਾਨ ਦੀ ਪੂਜਾ ਵਾਸਤੇ ਜਿਹੜੀਆਂ ਫੁੱਲਾਂ ਪੱਤੀਆਂ ਨੂੰ ਤੋੜ ਰਹੀਆਂ ਨਾ ਜਿੰਦੇ, ਸਤਿਗੁਰੂ ਜੀ ਕਹਿੰਦੇ ਜਿਹਨੂੰ ਤੋੜ ਰਹੀਆਂ ਉਸ ਪੱਤੀ ਦੇ ਅੰਦਰ ਵੀ ਜਿੰਦ ਹੈ, ਵਾਹਿਗੁਰੂ ਜੀ ਦੀ ਅੰਸ਼ ਹੈ ਉਹਦੇ ਅੰਦਰ ਵੀ। ਪਾਤੀ ਤੋੜੈ ਮਲਨੀ। ਹੁਣ ਇਹ ਗੁਰਮਤਿ ਦਾ ਸਿਧਾਂਤ ਹੈ, ਜੇ ਇਹਨੂੰ ਨਾ ਸਮਝਿਆ। ਹਾਂ, ਇੱਕ ਮੈਂ ਬੇਨਤੀ ਤੁਹਾਨੂੰ ਕਰਦਾ, ਬਹੁਤ ਵਾਰੀ ਮਨ ਦੇ ਵਿੱਚ ਇਹ ਭਰਮ ਪੈਦਾ ਹੋ ਜਾਂਦਾ ਹੈ, ਜਾਂ ਕੁਝ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਅਸੀਂ ਕਹਿੰਦੇ ਹਾਂ ਵੇਖੋ ਜੀ ਫਲਾਣੇ ਦਾ ਨਾਮ ਤੇ ਲਿਆ ਹੀ ਹੈ ਨਾ ਜੀ ਬਾਣੀ 'ਚ। ਗੁਰੂ ਸਾਹਿਬ ਜੀ ਦੇ ਬਾਣੀ ਦੇ ਅੰਦਰ ਜਾਂ ਭਗਤ ਸਾਹਿਬਾਨਾਂ ਨੇ ਬਾਣੀ ਦੇ ਅੰਦਰ ਜਦੋਂ ਵਾਹਿਗੁਰੂ ਜੀ ਦੀ ਗੱਲ ਕੀਤੀ ਤੇ ਤੁਲਨਾ ਐਗਜ਼ਾਮਪਲ ਦੇਣ ਵਾਸਤੇ ਕੀਤੀ। ਜਿਹਨੂੰ ਵੀ ਦੁਨੀਆ ਵੱਡਾ ਸਮਝਦੀ ਸੀ ਉਹਦੇ ਨਾਲ ਉਦਾਹਰਨ ਦੇ ਕੇ ਸਮਝਾਉਣ ਦਾ ਯਤਨ ਕੀਤਾ। ਕਿਤੇ ਪਰਮੇਸ਼ਰ ਨੂੰ ਸੂਰਜ ਵੱਤ ਕਿਹਾ, ਕਿਤੇ ਪਰਮੇਸ਼ਰ ਨੂੰ ਸਾਗਰ ਸਮੁੰਦਰ ਵੀ ਕਿਹਾ, ਤੂੰ ਸਾਗਰੋ ਰਤਨਾਗਰੋ। ਕਿਤੇ ਗੁਰਮੁਖਾਂ ਦੀ ਤੁਲਨਾ ਜਾਂ ਪਰਮੇਸ਼ਰ ਦੀ ਤੁਲਨਾ ਹੰਸ ਦੇ ਵੱਤ ਵੀ ਕੀਤੀ। ਹੁਣ ਇਹ ਇੱਕ ਪਹਿਲੂ ਹੈ। ਵੈਸੇ ਮੰਨ ਲਓ ਆਪਾਂ ਇੱਕ ਉਦਾਹਰਨ ਵਜੋਂ ਜੇ ਸਾਗਰ ਮੰਨ ਲਈਏ ਵੀ ਸਾਗਰ ਦੇ ਤੁਲ ਉਦਾਹਰਨ ਹੈ, ਇਹ ਨਹੀਂ ਕਿ ਸਾਗਰ ਰੱਬ ਹੋ ਗਿਆ ਤੇ ਅਸੀਂ ਸਮੁੰਦਰ ਨੂੰ ਪੂਜਣ ਲੱਗ ਪਈਏ। ਸਿਰਫ ਇੱਕ ਐਗਜ਼ਾਮਪਲ ਹੈ, ਤੇ ਐਗਜ਼ਾਮਪਲ ਬਰਾਬਰੀ ਨਹੀਂ ਹੁੰਦੀ ਗੁਰਮੁਖੋ, ਇੰਨੀ ਕੁ ਸਮਝ ਰੱਖ ਲਈਏ। ਕਦੀ ਰੁੱਖਾਂ ਦੇ ਨਾਲ, ਚੰਦਨ ਦੇ ਨਾਲ ਉਦਾਹਰਨ ਦਿੱਤੀ ਜਾਂਦੀ ਹੈ, ਕਦੀ ਸਮੁੰਦਰ ਦੇ। ਹੁਣ ਸਮੁੰਦਰ ਦਾ ਜੇ ਕੌਗਣ ਵੇਖੀਏ ਉਹ ਅੰਦਰੋਂ ਖਾਰਾ ਹੈ, ਜਿੰਨਾ ਮਰਜ਼ੀ ਵੱਡਾ ਹੋਵੇ ਫਿਰ ਵੀ ਉਹਦੀ ਇੱਕ ਸੀਮਾ ਹੈ। ਸਿਰਫ ਇੱਕ ਪਹਿਲੂ ਹੈ ਸਮਝਾਉਣ ਵਾਸਤੇ, ਜਦੋਂ ਉਦਾਹਰਨ ਦਿੱਤੀ ਜਾਂਦੀ ਹੈ ਤਾਂ ਕਦੀ ਵੀ ਤੁਲਨਾ ਨਹੀਂ ਹੁੰਦੀ। ਪਰ ਸਾਡੀ ਛੋਟੀ ਮੱਤ
ਕਈ ਵਾਰੀ ਉਦਾਹਰਨ ਨੂੰ ਬਰਾਬਰੀ ਸਮਝ ਲੈਂਦੀ ਹੈ। ਬਹੁਤ ਸਾਰੀਆਂ ਉਦਾਹਰਨਾਂ, ਸ਼ਬਦ ਵਿਚਾਰਨਾ ਹੈ ਸਮੇਂ ਦੀ ਸੀਮਾ 'ਚ, ਇਸ ਵਾਸਤੇ ਮੈਂ ਪ੍ਰਮਾਣਾਂ ਵੱਲ ਬਹੁਤਾ ਨਾ ਜਾਵਾਂ, ਪਰ ਇੰਨਾ ਕਿ ਜ਼ਰੂਰ ਅਸੀਂ ਆਪਣੀ ਬੁੱਧੀ ਦੇ ਕਵਾੜ ਖੋਲ੍ਹਣ ਦਾ ਯਤਨ ਕਰੀਏ ਕਿ ਉਹ ਹਰ ਸ਼ੈ ਜਿਹਨੂੰ ਦੁਨੀਆ ਵੱਡਾ ਸਮਝਦੀ ਸੀ, ਦੁਨੀਆ ਸ਼ਕਤੀਸ਼ਾਲੀ ਸਮਝਦੀ ਸੀ, ਤੇ ਸਾਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਆਖਿਆ ਕਿ ਤੁਸੀਂ ਐ ਮੰਨ ਲਓ ਕਿ ਵਾਹਿਗੁਰੂ ਉਹਦੇ ਵਰਗਾ ਹੈ। ਪਰ ਇਹਨੂੰ ਤੁਲਨਾ, ਬਰਾਬਰੀ ਨਾ ਸਮਝਣਾ, ਸਿਰਫ ਉਦਾਹਰਨ ਹੈ ਸਮਝਾਉਣ ਵਾਸਤੇ। ਇਸੇ ਤਰ੍ਹਾਂ ਕਥਾ ਕਰਦਿਆਂ ਜਦੋਂ ਕਈ ਵਾਰੀ ਉਦਾਹਰਨ ਦਿੱਤੀ ਜਾਂਦੀ ਹੈ ਤੇ ਛੋਟੀ ਮਾਨਸਿਕਤਾ ਜਿਹੜੀ ਉਹ ਸਮਝ ਲੈਂਦੀ ਹੈ ਕਿ ਸ਼ਾਇਦ ਬਰਾਬਰੀ ਕਰ ਦਿੱਤੀ ਹੈ। ਆਪਾਂ ਕਈ ਵਾਰੀ ਇੱਕ ਉਦਾਹਰਨ ਦਿੰਦੇ ਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਉਦਾਂ ਹੀ ਮੁਕਾਬਲਾ ਕੀਤਾ ਜਿਵੇਂ ਚਮਕੌਰ ਦੀ ਗੜ੍ਹੀ ਦੇ ਵਿੱਚ 40 ਸਿੰਘਾਂ ਨੇ ਕੀਤਾ ਸੀ। ਹੁਣ ਇਹ ਉਦਾਹਰਨ ਹੈ, ਬਰਾਬਰੀ ਨਹੀਂ ਹੈ। ਤੇ ਜੇ ਕਿਸੇ ਦੀ ਮਾਨਸਿਕਤਾ ਛੋਟੀ ਹੋਵੇ ਤੇ ਗੁਰਮੁਖੋ ਉਹ ਸਮਝ ਲੈ ਤੇ ਬੱਲੇ ਬੱਲੇ ਸੰਤ ਬਾਬਾ ਜਰਨੈਲ ਸਿੰਘ ਦੀ ਤੁਲਨਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਬੈਠੇ ਗੁਰਮੁਖ ਪਿਆਰਿਓ, ਗੁਰੂ ਦੇ ਬੋਝ ਵਿੱਚ ਜੂਣ ਵਾਲਿਓ, ਇੱਕ ਗੱਲ ਚੰਗੀ ਤਰ੍ਹਾਂ ਹਿਰਦੇ ਤੇ ਲਿਖ ਲਓ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਦੇ ਨਾਲ ਤੁਲਨਾ ਕਿਸੇ ਦੀ ਵੀ ਨਹੀਂ ਹੋ ਸਕਦੀ। ਤੇਰੇ ਵਰਗਾ ਦੁਨੀਆ ਤੇ ਕੋਈ ਨਹੀਂ ਹੈ ਮਹਾਰਾਜ। ਕਾਦਰੇ ਹਰ ਕਾਰ ਬੇਕ ਸਾਰਾ ਯਾਰ, ਉਹ ਸ਼ਹਿਨਸ਼ਾਹ, ਉਹ ਬਾਦਸ਼ਾਹ ਦਰਵੇਸ਼ ਉਹਦੇ ਬਰਾਬਰ। ਉਹ ਮੁਸਲਮਾਨ ਦਰਵੇਸ਼ ਕਹਿੰਦਾ ਕਿ ਹੇ ਕਲਗੀਆਂ ਵਾਲੇ ਪਾਤਸ਼ਾਹ, ਤੇਰੇ ਵਰਗਾ ਕੋਈ ਨਹੀਂ ਹੋ ਸਕਦਾ। ਪਰ ਅਸੀਂ ਉਦਾਹਰਨ ਦਿੰਦੇ ਹਾਂ ਤੇ ਉਦਾਹਰਨ ਦਾ ਮਤਲਬ ਕਦੀ ਬਰਾਬਰੀ ਨਹੀਂ ਹੁੰਦੀ ਗੁਰਮੁਖੋ। ਅਸੀਂ ਬਾਣੀ 'ਚ ਅਣਗਿਣਤ ਦਿੱਤੀਆਂ ਹੋਈਆਂ ਉਦਾਹਰਨਾਂ ਨੂੰ ਬਰਾਬਰੀ ਸਮਝਣ ਲੱਗ ਪੈਂਦੇ। ਸ਼ਾਇਦ ਇਸ ਬੰਦੇ ਨੂੰ ਭਗਵਾਨ ਕਹਿ ਦਿੱਤਾ, ਜਦ ਕਿ ਭਗਵਾਨ ਦਾ ਗੁਣ ਕੀ ਆ? ਅਜੂਨੀ, ਸਹਿਭੰਗ, ਅਕਾਲ। ਕਾਰ ਕਹਿੰਦੀ ਸਰਬ ਵਿਆਪਕ, ਕਿਸੇ ਇੱਕ ਸ਼ਹਿਰ ਵਿੱਚ ਨਹੀਂ, ਕਿਸੇ ਇੱਕ ਬਿਲਡਿੰਗ ਵਿੱਚ ਨਹੀਂ, ਕਿਸੇ ਇੱਕ ਚਿੰਨ੍ਹ ਵਿੱਚ ਨਹੀਂ। ਤੋ ਸ਼ਬਦ ਦੇ ਆਦ ਵਿੱਚ ਮਹਾਰਾਜ ਨੇ ਸਾਡੇ ਤੇ ਰਹਿਮਤ ਕੀਤੀ। ਧੰਨ ਗੁਰੂ ਨਾਨਕ ਹਜ਼ੂਰ ਨੇ ਇੱਕ ਓੰਕਾਰ। ਫਿਰ ਆਪਾਂ ਜੇ ਉਦਾਹਰਨ ਦੇਣੀ ਹੋਵੇ ਨਾ ਤੇ ਮੈਂ ਇਹ ਸ਼ਬਦ ਵਰਤਾਂਗਾ, ਇੱਕ ਓੰਕਾਰ ਜਿਹੜਾ ਉਹ ਸਾਗਰ ਵਾਂਗ ਗਹਿਰਾ ਹੈ। ਜਿੰਨੀ ਚੁੱਭੀ ਲਾਉਂਦੇ ਜਾਓਗੇ, ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਓੰਕਾਰ ਦੀ ਚੁੱਭੀ ਹੈ। ਹੁਣ ਮੇਰੀਆਂ ਨਜ਼ਰਾਂ 'ਚ ਸਮੁੰਦਰ ਤੋਂ ਵੱਡਾ ਕੁਝ ਨਹੀਂ, ਤੇ ਮੈਂ ਉਦਾਹਰਨ ਦਿਆਂਗਾ ਕਿ ਉਹ ਸਮੁੰਦਰ ਜਿੰਨਾ ਗਹਿਰਾ ਹੈ, ਪਰ ਸਮੁੰਦਰ ਦਾ ਵੀ ਪਾਰਾਵਾਰ ਪਾਇਆ ਜਾ ਸਕਦਾ ਹੈ। ਇੱਕ ਓੰਕਾਰ ਦੀ ਥਾਂ ਪਾਉਣੀ ਸਾਡੀ ਮਾਨਸਿਕਤਾ ਦੇ ਵੱਸ ਵਿੱਚ ਨਹੀਂ ਹੈ। ਇਹ ਐਸਾ ਗੁਰੂ ਨਾਨਕ ਦਾ ਲੋਗੋ ਬ੍ਰਾਂਡ ਹੈ ਜਿਹਦੇ ਅੰਦਰ ਪਤਾ ਨਹੀਂ ਕਿੰਨਾ ਕੁਝ ਛੁਪਿਆ ਹੋਇਆ। ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓੰਕਾਰ ਦੀ ਵਿਆਖਿਆ ਕਰ ਰਹੀ ਹੈ। ਇੱਕ ਓੰਕਾਰ ਸਾਰਿਆਂ 'ਚ ਨਿਰੰਤਰ ਰਮਿਆ ਹੋਇਆ। ਤੇ ਜੇ ਅਸੀਂ ਝਲਕ ਪਾਉਣੀ ਹੈ ਤੇ ਸਾਡੇ ਕੋਲ ਵਸੀਲਾ ਕੀ ਹੈ? ਸਤਿਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼। ਗੁਰੂ ਦੀ ਬਖਸ਼ਿਸ਼ ਕਿਸ ਰੂਪ 'ਚ ਵਰਤ ਰਹੀ ਹੈ? ਸ਼ਬਦ ਰੂਪ 'ਚ ਵਰਤ ਰਹੀ ਹੈ। ਸੋਝੀ ਗੁਰੂ ਦੁਆਰਾ ਹੋਏ, ਸੋਝੀ ਪਾਏ ਸੀ, ਉਪਦੇਸ਼ ਰੂਪ 'ਚ ਵਰਤ ਰਹੀ ਹੈ। ਤੋ ਜੇ ਇਹ ਸਮਝ ਵਿੱਚ ਆ ਗਿਆ, ਸਾਨੂੰ ਸਾਰੀ ਤਤ ਗੁਰਮਤਿ ਸਮਝ ਆ ਜਾਏਗੀ। ਇੱਕ ਦੂਜੀ ਤੇ ਗੱਲ ਹੀ ਮੁੱਕ ਗਈ ਨਾ ਸਾਧ ਸੰਗਤ ਜੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ। ਸਾਰੇ ਗੱਜ ਕੇ ਕਹੋ, ਸਾਰੇ ਇੱਕ ਵਾਰੀ ਰਿਪੀਟ ਕਰ ਲਿਓ, ਸ਼ਾਇਦ ਲਿਖਿਆ ਜਾਏ ਹਿਰਦੇ ਤੇ। ਅਵਰ ਨਾ ਜਾਣਾ ਮੇਰੇ ਸਾਹਿਬਾ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਅਵਰ ਨਾ ਜਾਣਾ ਮੇਰੇ ਸਾਹਿਬਾ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਅਵਰ ਨਾ ਮੇਰੇ ਸਾਹਿਬਾ, ਅਵਰ ਨਾ ਜਾਣਾ ਮੇਰੇ ਸਾਹਿਬਾ। ਅਵਰ ਨਾ ਜਾਣਾ ਮੇਰੇ ਸਾਹਿਬਾ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਮੈਂ ਜਾਣਦਾ ਹੀ ਨਹੀਂ ਜੀ, ਇਹਦੇ ਤੋਂ ਵੱਡੀ ਗੱਲ ਕੀ ਹੋਣੀ ਹੈ? ਦੁਨੀਆ ਚਰਚਾ ਕਰਦੀ ਹੈ, ਮੈਂ ਇੱਕ ਤੋਂ ਬਿਨਾਂ ਜਾਣਦਾ ਹੀ ਨਹੀਂ, ਤੇਰੇ ਤੋਂ ਬਿਨਾਂ ਜਾਣਦਾ। ਕੋਈ ਕਹੇਗਾ ਨਹੀਂ ਉਹ ਐਡਾ ਵੱਡਾ ਹੈ, ਤੇ ਮੈਂ ਕਹਾਂਗਾ ਮੇਰਾ ਸਾਹਿਬ ਇਹਦੇ ਤੁੱਲ ਕੋਈ ਨਹੀਂ ਹੈ, ਮੈਂ ਨਹੀਂ ਜਾਣਦਾ। ਜਦੋਂ ਪਹਿਲਾਂ ਕਿੱਥੇ ਕਿੱਥੇ ਭਟਕਿਆ, ਇਸ ਗੱਲ ਦੀ ਕੋਈ ਪਤਾ ਨਹੀਂ, ਗਰੰਟੀ ਨਹੀਂ। ਸਾਡੇ ਪੁਰਖੇ ਜਾਂ ਅਸੀਂ ਕੀ ਕਰਦੇ ਰਹੇ ਹਾਂ,
ਜਦੋਂ ਤੂੰ ਤੇਰੇ ਚਰਨੀ ਲੱਗੇ ਆ, ਮਸਤਕ ਤੇਰੇ ਚਰਨਾਂ 'ਚ ਰੱਖਿਆ, ਤੇ ਸਿੱਖ ਦੀ ਰੂਹ ਵਿੱਚੋਂ ਕੀ ਆਵਾਜ਼ ਨਿਕਲਦੀ ਹੈ? ਪਾਏ ਗਹੇ ਜਬ ਤੇ ਤੁਮਰੇ, ਗਹੇ ਪਕੜੇ ਨੇ, ਪਾਏ ਗਹੇ ਜਦੋਂ ਤੋਂ ਤੇਰੇ ਚਰਨ ਪਕੜੇ ਆ ਪਾਤਸ਼ਾਹ, ਤਬ ਤੇ ਕੋ, ਗੱਜ ਕੇ ਆਖੋ ਨਾ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਆਤਮ ਵਿਸ਼ਵਾਸ ਨਾਲ ਆਖੋ, ਮੈਂ ਨਹੀਂ ਵੇਖਦਾ ਕਿਸੇ ਨੂੰ, ਮੈਂ ਨਹੀਂ ਸੋਲੇ ਗਾਉਂਦਾ ਕਿਸੇ ਦੇ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਇਹ ਦਾਤ ਦਿੱਤੀ ਹੈ, ਤੁਮ ਗਾਵੋ ਮੇਰੇ। ਗੁਰਮੁਖੋ એનર્ਜੀ 'ਚ ਕਿਆ ਕਰੋ, ਤੁਹਾਡੀ ਰੂਹ ਵਿੱਚੋਂ ਨਿਕਲਣ ਵਾਲੇ ਬਚਨ, ਮੈਨੂੰ ਗੁਰੂ ਨੇ ਕੀ ਸਿੱਖਿਆ ਦਿੱਤੀ ਹੈ? ਜੇ ਸੋਲੇ ਗਾਉਣੇ ਆ ਤੇ 2 ਟਕਿਆਂ ਦੇ ਬੰਦਿਆਂ ਦੇ ਸੋਲੇ 4 ਛਿੱਲਣਾ ਵਾਸਤੇ ਨਾ ਗਾਉਂਦਾ ਫਿਰ। ਜੇ ਸਿਫਤ ਸਲਾਹ ਗਾਉਣੀ ਹੈ ਤੇ ਮਰ ਮਿਟਣ ਤੇ ਜੰਮਣ ਵਾਲਿਆਂ ਦੀ ਨਹੀਂ, ਕਿਹਦੀ ਗਾਉਣੀ ਹੈ ਜੀ? ਤੁਮ ਗਾਵੋ ਮੇਰੇ, ਬੋਲੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਇਸ ਵਾਸਤੇ ਮੈਨੂੰ ਕਲਗੀਆਂ ਵਾਲੇ ਸਾਹਿਬ ਨੇ ਦ੍ਰਿੜ ਕਰਵਾਇਆ ਕਿ ਠੀਕ ਹੈ, ਪਿਛਲੀ ਆਗਿਆ ਸਮਝ ਚੱਲੋ, ਆਨੰਦ ਲਾਲਾ ਭਾਈ ਸਾਹਿਬ ਦੇ ਬਚਨ ਪੜ੍ਹਦੇ ਹਾਂ ਆਪਾਂ, ਪਾਤਸ਼ਾਹ ਜੋ ਬੀਤੀ ਸੋ ਬੀਤੀ, ਤੇ ਇੱਕ ਆਹਿਦ ਲੈ ਕੇ, ਇੱਕ ਕੌਲ ਲੈ ਕੇ, ਇੱਕ ਕਮਿਟਮੈਂਟ ਗੁਰੂ ਦੇ ਨਾਲ ਕਰਕੇ, ਜਿੰਨੇ ਕੁ ਤੁਸੀਂ ਸੁਣ ਰਹੇ ਹੋ, ਪਿਛਲੀ ਦੇ ਉੱਤੇ ਕਾਂਟਾ ਫੇਰੋ। ਪਤਾ ਨਹੀਂ ਕਿੰਨੇ ਕੁ ਪਖੰਡੀ ਆ ਜਿਹੜੇ ਰੂਹਾਂ ਰਾਵਾਂ ਵਾਲੇ ਤੁਰੇ ਫਿਰ ਰਹੇ ਨਾ, ਅੱਜ ਬੜਾ ਬੋਲ ਬਾਲਾ ਹੈ। ਸਾਧ ਸੰਗਤ ਜੀ, ਸੱਚ ਦੇ ਸੂਰਜ ਦੇ ਸਾਹਮਣੇ ਇਹ ਟਿਮਟਮਾਉਂਦੇ ਦੀਵੇ ਕਿੱਥੇ ਜਿਹੜੇ ਤਾਰੇ ਆ ਕਿੱਥੇ ਟਿਕ ਸਕਦੇ? ਕਿਹਾ ਨਾ ਜੀ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ। ਹੁਣ ਉਹ ਟਿਮਟਮਾਉਂਦੇ ਕਿਉਂ ਨੇ? ਕਿ ਭਰਮ ਦੀ ਬੁਨਿਆਦ ਉੱਤੇ ਟਿਕੇ ਹੋਏ ਆ, ਜਿਹੜੇ ਕਹਿੰਦੇ ਲੋਕਾਂ ਦਾ ਧਰਮ ਬਦਲਦੇ ਅਸੀਂ। ਉਹਨਾਂ ਕੋਲ ਕੀ ਹੈ? ਸਿਰਫ ਭੁਲੇਖਾ, ਸਿਰਫ ਧੋਖਾ, ਕਿ ਕਿਸੇ ਮੁਰਦੇ ਨੂੰ ਜਵਾ ਸਕਦੇ ਆ, ਕਿਸੇ ਦੀ ਬਿਮਾਰੀ ਅਸੀਂ ਪੱਥਰੀਆਂ ਕੱਢ ਦਿੰਦੇ ਆ, ਕਿਸੇ ਦੀਆਂ ਰੂਹਾਂ ਕੱਢ ਦਿੰਦੇ ਆ, ਭੂਤ ਕੱਢ ਦਿੰਦੇ ਆ। ਸਿਰਫ ਲੋਕਾਂ ਨੂੰ ਮਾਨਸਿਕ ਭਰਮ ਵਿੱਚ ਪਾ ਰਹੇ ਆ। ਸਿੱਖ ਦਾ ਦ੍ਰਿੜ ਨਿਸ਼ਚਾ, ਜਿੰਨੇ ਤੁਸੀਂ ਭਾਗਾਂ ਵਾਲੇ ਗੁਰਮੁਖ ਸੁਣ ਰਹੇ ਹੋ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਇਹ ਸਿਰਫ ਪੜ੍ਹਨਾ ਤੇ ਸੁਣਨਾ ਨਹੀਂ ਵੀ ਗੁਰਦੁਆਰੇ ਦੇ ਸਪੀਕਰ 'ਚ ਲੱਗ ਗਿਆ ਜਾਂ ਟੈਲੀਵਿਜ਼ਨ ਤੇ ਲੱਗ ਗਿਆ ਤੇ ਅਸੀਂ ਕੰਮਕਾਜ ਕਰਨ ਲੱਗ ਪਏ। ਇਹਦੇ ਨਾਲ ਆਪਣੀ ਵਚਨਬੱਧਤਾ ਕਾਇਮ ਕਰਨੀ ਹੈ ਕਿ ਜਦੋਂ ਦਾ ਤੇਰੇ ਚਰਨਾਂ ਨਾਲ ਲੱਗਿਆ, ਪਿਛਲੀ ਬੀਤ ਗਈ, ਤੇ ਘੱਟੋ ਘੱਟ ਅੱਜ ਜੇ ਜੇਹਨ 'ਚ ਪੈ ਰਹੀ ਹੈ ਤੇ ਅੱਜ ਇਹ ਕੌਲ ਕਰੀਏ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹਿ ਮੈਂ ਨਹੀਂ ਜਾਣਦਾ, ਅਨੇਕ ਕਹਿ ਮਤ ਇੱਕ ਨਾ ਜਾਣਿਓ। ਮੈਨੂੰ ਤੇ ਇੱਕੋ ਗੱਲ ਸਮਝ ਆਈ ਕਿ ਸਗਲ ਦੁਆਰ ਕੋ ਛਾੜ ਕੇ, ਬੋਲੋ ਭੈਣੋ, ਸਗਲ ਦੁਆਰ ਕੋ ਛਾੜ ਕੇ, ਫੜ ਕੇ ਨਹੀਂ ਰੱਖਣਾ ਕਿ ਜੀ ਸਭ ਪਹਿਲਾਂ ਪੁਰਾਣੇ ਬਰਾਦਰੀ ਸਾਡੀ ਜੀ ਜਾਤ, ਸਾਡਾ ਜੀ ਕੁਣਬਾ ਫਲਾਣੀ ਥੜੀ ਤੇ ਮੜੀ ਤੇ ਜਾਂਦਾ ਸੀ, ਨਹੀਂ, ਛੱਡ ਕੇ ਤੇ ਫੇਰ ਆਉਣਾ ਹੈ। ਇੱਥੇ ਕਦੋਂ ਆਉਣਾ ਹੈ? ਸਗਲ ਦੁਆਰ ਕੋ ਛਾੜ ਕੇ, ਤੇ ਫੇਰ ਆ ਕੇ ਕਹਿਣਾ ਗਹਿਓ ਤੁਹਾਰੋ ਦੁਆਰ। ਤੇ ਫਿਰ ਉਹ ਕੀ ਕਰਦਾ? ਬਾਹਾਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹੇ ਨਾ ਛੋਡੀਏ, ਫਿਰ ਉਹ ਬਾਹ ਫੜਦਾ ਤੇ ਮੇਰਾ ਸਾਹਿਬ ਕਹਿੰਦਾ ਬਾਹੇ ਗਹੇ ਕੀ ਲਾਜ ਅਸ, ਫਿਰ ਉਹ ਤੁਹਾਡੀ ਲਾਜ ਰੱਖਦਾ, ਪੱਤ ਰੱਖਦਾ। ਗੋਬਿੰਦ ਦਾਸ ਤੁਹਾਰ, ਇੱਕ ਓੰਕਾਰ। ਮੈਂ ਨਹੀਂ ਜਾਣਦਾ ਕਿ ਦੂਜਾ ਕੌਣ ਹੈ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ। ਮੇਰੇ ਸਾਹਿਬਾ ਗੁਣ ਗਾਵਾਂ, ਕਹੋ ਨਾ ਸਾਰੇ ਗੁਣ ਗਾਵਾਂ ਨਿਤ ਤੇਰੇ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਛੋਟੀ ਜੀ ਚਮਕ ਜਿਹੜੀ ਹੈ ਨਾ ਕਿਸੇ ਸ਼ੋਹਰਤ ਦੀ, ਕਿਸੇ ਲਾਲਚ ਦੀ, ਉਹ ਸਾਨੂੰ ਪਤਾ ਨਹੀਂ ਕਿਹਦੇ ਕਿਹਦੇ ਗੁਣ ਗਾਉਣ ਲਾ ਦਿੰਦੀ ਹੈ। ਤੋ ਇਹ ਇੰਨਾ ਅੱਖਰ ਜਿਹੜਾ ਸਾਹਿਬ ਨੇ ਸਾਡੀ ਝੋਲੀ 'ਚ ਪਾਇਆ, ਇਹ ਸੰਪੂਰਨ ਗਿਆਨ ਹੈ ਗੁਰਮਤਿ ਦਾ, ਰੂਹਾਨੀ ਗਿਆਨ। ਇੱਕ ਓੰਕਾਰ ਤੇ ਪੌੜੀ ਹੈ ਇੱਥੋਂ ਤੱਕ ਪਹੁੰਚਣ ਲਈ ਸਤਿਗੁਰ ਪ੍ਰਸਾਦ। ਮਹਾਰਾਜ ਜੋ ਸ਼ਬਦ ਵਿੱਚ ਬਖਸ਼ ਰਹੇ ਆ, ਸਾਡੀ ਜਿੰਦ ਨੂੰ ਇਸਤਰੀ ਬਣਾ ਕੇ ਮਿੱਥ ਕੇ ਸਤਿਗੁਰੂ ਗੱਲ ਕਰ ਰਹੇ ਆ। ਜਦੋਂ ਬਹੁਤਾ ਉਪਦੇਸ਼ ਮਹਾਰਾਜ ਨੇ ਇਸਤਰੀ ਰੂਪ ਨੂੰ ਦਿੱਤਾ, ਕਿਉਂਕਿ ਕੰਤ ਦੀ ਖੁਸ਼ੀ ਲੈਣ ਵਾਸਤੇ, ਜ਼ਿੰਦਗੀ ਨੂੰ ਕਮਾਉਣ ਵਾਸਤੇ ਜੋ ਗੁਣ ਇਸਤਰੀ ਵਿੱਚ ਹੈ, ਉਹ ਪੁਰਖ ਹੋਣ ਦੇ ਗੁਮਾਨ ਵਿੱਚ ਨਹੀਂ ਹੈ।
ਤੇ ਇਹ ਵਡਿਆਈ ਤੁਹਾਡੀ ਝੋਲੀ 'ਚ ਭੈਣੋ ਭਾਈ। ਤੇ ਸਾਨੂੰ ਸਾਰਿਆਂ ਨੂੰ ਕਿਹਾ ਵੀ ਆ ਇਸਤਰੀ ਬਣ ਕੇ ਸਿੱਖਿਆ ਲੈ, ਜਿਵੇਂ ਇੱਕ ਸੁਹਾਗਣ ਆਪਣੇ ਕੰਤ ਦੀ ਖੁਸ਼ੀ ਲੈਂਦੀ ਹੈ, ਤੂੰ ਵੀ ਉਹਦੇ ਕੋਲੋਂ ਸਿੱਖ ਦੁਨਿਆਵੀ ਤੌਰ ਤੇ ਜਿਵੇਂ ਉਹ ਆਪਣੇ ਕੰਤ ਦੀ ਖੁਸ਼ੀ ਲੈਂਦੀ। ਏਦਾਂ ਸਾਰੇ ਅਸੀਂ ਇਸਤਰੀ ਬਣ ਕੇ ਵਾਹਿਗੁਰੂ ਕੰਤ ਦੀ ਖੁਸ਼ੀ ਲਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ੰਤ ਵਿੱਚ ਨਾਲ ਸ਼ਬਦ ਲਿਖਿਆ ਸ਼ੰਤ ਦੱਖਣੀ। ਇਹ ਕਵਿਤਾ ਦਾ ਇੱਕ ਤੋਲ ਹੈ ਸ਼ੰਤ, ਇੱਕ ਪੱਖ ਹੈ ਕਾਵਕਤਾ ਦਾ। ਦੋਹਰੇ ਸ਼ਲੋਕ ਸ਼ੰਤ ਬਹੁਤ ਸਾਰੀ ਵਾਰੀ ਰਾਗਾਂ ਦੇ ਨਾਲ ਮਹਾਰਾਜ ਲਿਖਦੇ ਰਾਗ ਗੌੜੀ ਪੂਰਬੀ ਖੇਤਰ ਦੇ ਪੈਟਰਨ ਤੇ ਗਾਇਆ ਜਾਣ ਵਾਲਾ ਰਾਗ, ਦੱਖਣੀ ਖੇਤਰ ਦੀ ਤਰਜ਼ ਤੇ ਗਾਇਆ ਜਾਣ ਵਾਲਾ ਸ਼ੰਤ। ਇਸ ਲਈ ਨਾਲ ਇਹ ਸਰਲੇਖ ਹੈ ਸ਼ੰਤ ਦੱਖਣੀ। ਜੋ ਮਹਾਰਾਜ ਕਿਰਪਾ ਕਰ ਰਹੇ ਆ, ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੋ ਤੇ ਅਰਜ਼ੋਈ ਕਰੀਏ ਸਾਡਾ ਮਨ ਟਿਕ ਜਾਏ। ਨਿੱਠ ਕੇ ਨਾ ਸਹਿਜ ਨਾਲ ਆਪਣੇ ਕੋਲ ਥੋੜੇ ਜਿਹੇ ਮਿੰਟ ਹੁੰਦੇ ਆ ਤੇ ਗੁਰਮੁਖੀ ਚੌਂਕੜੇ ਲਾ ਕੇ ਪ੍ਰੇਮ 'ਚ ਭਿੱਜ ਕੇ ਸਭ ਕੁਝ ਭੁਲਾ ਕੇ ਆਪਣੀ ਸੁਰਤ ਨੂੰ ਵਾਹਿਗੁਰੂ ਨਾਲ ਜੋੜ ਕੇ ਨਾ ਇੱਕ ਵਾਰੀ ਰੀਫਰੈਸ਼ ਨਹੀਂ ਕਰਦੇ, ਜਿਵੇਂ ਸਾਡੇ ਬੱਚੇ ਕੰਪਿਊਟਰ ਚਲਾਉਂਦੇ ਉਹਨੂੰ ਰੀਫਰੈਸ਼ ਕਰਦੇ ਆ, ਤੇ ਇੱਕ ਵਾਰੀ ਆਪਣੇ ਆਪ ਨੂੰ ਰੀਫਰੈਸ਼ ਕਰੋ। ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਸ਼ੰਤ ਦੱਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੁੰਦ ਨਵੇਲੜੀਆ ਗੋਲ ਆਈ ਰਾਮ। ਮਦ ਕੀ ਡਾਰ ਪਰੀ ਹਰ ਲਿਵ ਲਾਈ ਰਾਮ। ਸਤਿਗੁਰੂ ਜੀ ਕਿਰਪਾ ਕਰ ਰਹੇ। ਮੁੰਦ ਬੜੀ ਵਾਰੀ ਇਸਤਰੀ ਰੂਪ ਨੂੰ ਮੁਖਾਤਬ ਹੋ ਕੇ ਕਹਿੰਦੇ ਸੁਣ ਮੁੰਡੇ ਹਰਨਾਖੀਏ। ਮੁੰਦ ਕਿਆ? ਉਸ ਸੁਭਾਗੀ ਇਸਤਰੀ ਨੂੰ ਜਿਹੜੀ ਆਪਣੇ ਕੰਤ ਦੀ ਖੁਸ਼ੀ ਲੈਣਾ ਚਾਹੁੰਦੀ ਹੈ। ਇੱਥੇ ਮੁੰਦ ਸ਼ਬਦ ਵਰਤਿਆ। ਨਵੇਲੜੀ ਨਵੀਂ ਨਰੋਈ। ਮੁੰਦ ਨਵੇਲੜੀ ਮਤਲਬ ਸਾਡੀ ਜਿਹੜੀ ਜਿੰਦ ਹੈ ਇਹ ਬੜੀ ਨਵੀਂ ਨਰੋਈ ਹੈ। ਮਤਲਬ ਇਹ ਕਿ ਦੁਨੀਆ ਦੇ ਕਲੰਕਾਂ ਤੋਂ ਮੁਕਤ ਹੈ, ਅਜੇ ਨਵੀਂ ਨਰੋਈ ਹੈ ਮੁੰਦ, ਅਜੇ ਇਹਨੂੰ ਦਾਗ ਨਹੀਂ ਲੱਗੇ। ਤੇ ਇਸ ਨਵੀਂ ਨਵੇਲੜੀ ਮੁੰਦ ਨੂੰ ਇਸਤਰੀ ਨੂੰ ਇੱਕ ਗੱਲ ਆਖੀ, ਮੇਰੀ ਰੂਹ ਨੂੰ, ਮੁੰਦ ਨਵੇਲੜੀਆ ਗੋਇਲ ਆਈ ਰਾਮ। ਹੁਣ ਗੋਇਲ ਸ਼ਬਦ ਬਾਣੀ 'ਚ ਵੇਖੋਗੇ ਨਾ, ਗੋਇਲ ਤੇ ਗੋਇਲੀ, ਗੋਇਲ ਆਇਆ ਗੋਇਲੀ ਬਾਣੀ 'ਚ ਬਚਨ ਪੜ੍ਹਦੇ ਆ। ਕਿਆ ਤਿਸ ਡੰਪ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਗੋਇਲ ਆਇਆ ਗੋਇਲੀ। ਗੋਇਲੀ ਕਹਿੰਦੇ ਆ ਚਰਵਾਹਾ, ਗਾਵਾਂ ਮੱਝਾਂ ਚਾਰਨ ਵਾਲਾ। ਤੇ ਗਾਵਾਂ ਮੱਝਾਂ ਚਾਰਨ ਵਾਲਾ ਜਿਹੜਾ ਹੈ ਉਹ ਗਾਵਾਂ ਮੱਝਾਂ ਨੂੰ ਵੱਗ ਨੂੰ ਲੈ ਕੇ ਆਪਣੇ ਪਾਲੀ ਲੈ ਕੇ ਵੱਗ ਨੂੰ ਕਿੱਥੇ ਆਇਆ? ਗੋਇਲ ਵਿੱਚ, ਚਰਾਂਦ ਵਿੱਚ। ਵਕਤ ਹੁੰਦਾ ਸੀ ਤੇ ਖੁੱਲੀਆਂ ਚਰਾਂਦਾਂ ਜ਼ਮੀਨਾਂ ਬੇਆਬਾਦ ਪਈਆਂ ਹੁੰਦੀਆਂ ਸੀ ਤੇ ਅਕਸਰ ਔੜ ਦੇ ਕਾਰਨ ਬਹੁਤੀਆਂ ਫਸਲਾਂ ਨਹੀਂ ਸੀ ਹੁੰਦੀਆਂ ਤੇ ਲੋਕ ਮੱਝਾਂ ਗਾਵਾਂ ਨੂੰ ਕਿੱਲੇ ਤੇ ਬੰਨ੍ਹ ਕੇ ਪੱਠੇ ਪਾਉਣ ਦੀ ਬਜਾਏ, ਕੱਖ ਪਾਉਣ ਦੀ ਬਜਾਏ ਚਰਾਂਦਾਂ ਵਿੱਚ ਚਾਰਨ ਲਈ ਲੈ ਕੇ ਜਾਂਦੇ ਸੀ। ਭਾਈ ਪੱਲਾ ਜੀ ਦੀ ਅਸੀਂ ਸਾਖੀ ਪੜ੍ਹਦੇ ਹਾਂ। ਘਰ 'ਚ ਗਰੀਬੀ ਆ, ਬਤਾਲੇ ਨਗਰ ਵਾਲੇ ਭਾਈ ਪੱਲਾ 6ਵੇਂ ਪਾਤਸ਼ਾਹ ਦੇ ਪਿਆਰੇ। ਤੇ ਉਹ ਕੀ ਕੀਤਾ ਉਹਨਾਂ ਦਾ ਜੀ, ਸਾਰੇ ਪਿੰਡ ਦਾ ਵੱਗ ਇਕੱਠਾ ਕਰਦੇ ਆ ਤੇ ਮੱਝਾਂ ਚਾਰਦੇ, ਗਾਵਾਂ ਚਾਰਦੇ ਆ ਤੇ ਸਾਰਾ ਪਿੰਡ ਉਹਨਾਂ ਨੂੰ 6 ਮਹੀਨਿਆਂ ਬਾਅਦ ਦਾਣੇ ਦਿੰਦਾ। ਏਦਾਂ ਪਿੰਡਾਂ ਦੇ ਵਿੱਚ ਜਦੋਂ ਚਰਾਂਦਾਂ ਹੁੰਦੀਆਂ ਸੀ ਤੇ ਇਸ ਤਰ੍ਹਾਂ ਸੇਪੀ ਰੱਖਿਆ ਹੁੰਦਾ ਸੀ, ਸੀਰੀ ਰੱਖਿਆ ਹੁੰਦਾ ਸੀ ਕਿ ਉਹਨੇ ਸਾਰੇ ਪਿੰਡ ਦੀਆਂ ਮੱਝਾਂ ਗਾਵਾਂ ਚਾਰਨੀਆਂ ਤੇ ਫਿਰ ਲਿਆ ਕੇ ਆਪੋ ਆਪਣੇ ਘਰੀਓਂ ਵੜ ਜਾਣੀਆਂ। ਹੁਣ ਗੋਇਲ ਦੇ ਕੋਲ, ਗੋਇਲੀ ਦੇ ਕੋਲ ਮੰਨ ਲਓ 100 ਮੱਝਾਂ ਗਾਵਾਂ, ਸਾਰੇ ਪਿੰਡ ਦੀਆਂ 100 ਮੱਝਾਂ ਗਾਵਾਂ। ਤੇ ਉਹ ਸੋਚੇ ਵੀ ਆਫਰਿਆ ਫਿਰੇ, ਵੇਖੋ ਮੇਰੇ ਕੋਲ 100 ਮੱਝਾਂ ਗਾਵਾਂ, ਜਿੱਥੇ ਇਹ ਚਰ ਰਹੀਆਂ ਨੇ ਇਹ 100 ਕਮਾਂ ਜ਼ਮੀਨ ਹੈ। ਪਰ ਜਦੋਂ ਸ਼ਾਮਾਂ ਪੈਂਦੀਆਂ ਨੇ ਉਹ ਮੱਝਾਂ ਗਾਵਾਂ ਨੂੰ ਲੈ ਕੇ ਪਿੰਡ ਨੂੰ ਜਾਂਦਾ ਤੇ ਆਪੋ ਆਪਣੇ ਘਰਾਂ ਨੂੰ, ਉਹ ਮੱਝਾਂ ਗਾਵਾਂ ਇੰਨੀਆਂ ਸਿਆਣੀਆਂ ਹੁੰਦੀਆਂ ਕਿ ਜਿਹਦਾ ਜਿਹਦਾ ਘਰ ਆਉਂਦਾ ਉਹ ਆਪਣੇ ਆਪਣੇ ਘਰ ਨੂੰ ਵੜਦੀ ਜਾਂਦੀ ਆ
ਤੇ ਆਖਰ ਤੇ ਜਿਹੜਾ ਚਰਵਾਹਾ ਹੁੰਦਾ ਤੇ ਉਹਦੇ ਹੱਥ 'ਚ ਰਹਿ ਜਾਂਦਾ ਡੰਡਾ। ਸਾਰਾ ਦਿਨ ਉਹਦੇ ਕੋਲ 100 ਮੱਝਾਂ ਗਾਵਾਂ ਸੀ ਤੇ ਸ਼ਾਮ ਨੂੰ ਉਹਦੇ ਕੋਲ ਕੀ ਰਹਿ ਗਿਆ? ਖਾਲੀ ਹੱਥ ਇੱਕ ਡੰਡਾ। ਹੁਣ ਸਾਡੀ ਰੂਹ ਨੂੰ ਮੁਖਾਤਬ ਹੋ ਕੇ ਮਹਾਰਾਜ ਕਹਿੰਦੇ ਨੇ, ਤੂੰ ਐਵੇਂ ਹੀ ਆਫਰਿਆ ਫਿਰਦਾ ਵੀ ਮੇਰੇ ਕੋਲ 100 ਕਮਾਨ ਜ਼ਮੀਨ, ਮੇਰੇ ਕੋਲ 100 200 ਵੇਖੋ ਕਿੰਨੀ ਪ੍ਰਾਪਰਟੀ, ਕਿੰਨਾ ਪਸਾਰਾ ਮੇਰਾ, ਤੇ ਜਿੱਦਣ ਸਮਾਂ ਪੁੱਗਣਾ, ਸਾਂਝ ਪੈਣੀ ਹੈ, ਉਦਣ ਤੇਰੇ ਪੱਲੇ ਕੱਖ ਵੀ ਨਹੀਂ ਰਹਿ ਜਾਣਾ। ਤੂੰ ਆਪਣੀ ਜ਼ਿੰਦਗੀ ਨੂੰ ਉਸ ਗੋਇਲੀ ਵਾਂਗ ਸਮਝ, ਜਿਹਦੇ ਸਾਹਮਣੇ ਭਾਵੇਂ ਬਹੁਤ ਇੱਜ਼ਤ ਹੈ, ਬਹੁਤ ਗਾਵਾਂ ਮੱਝਾਂ, ਜੇ ਉਹਨਾਂ ਦੀ ਕੀਮਤ ਅੰਕਣੀ ਹੋਵੇ ਤੇ ਅੱਜ 50-50 ਹਜ਼ਾਰ ਦੀ ਮੱਝ ਗਾਂ ਮਿਲ ਜਾਂਦੀ ਹੈ। ਕੋਈ ਕਹੇਗਾ ਵੀ ਇਹ ਤੇ 50-60 ਲੱਖ ਦਾ, ਕਰੋੜ ਰੁਪਏ ਦਾ ਮਾਲ ਹੈ ਇਹਦੇ ਕੋਲ, ਪਰ ਜਦੋਂ ਸ਼ਾਮਾਂ ਪਈਆਂ, ਦਿਨ ਵਿਹਾ ਗਿਆ, ਉਹ ਕਾਹੇ ਜੋਗਾ ਵੀ ਨਹੀਂ ਹੈ। ਏਦਾਂ ਸਾਹਿਬ ਕਹਿੰਦੇ ਨੇ, ਮੁੰਦ ਨਵੇਲੜੀਆ ਗੋਇਲ ਆਈ ਰਾਮ, ਇਹ ਮੇਰੀਏ ਜਿੰਦੇ, ਐਵੇਂ ਵੇਖ ਕੇ ਪਸਾਰਾ ਮਾਣ ਨਾ ਕਰ, ਤੇਰੀ ਹਾਲਤ ਉਸੇ ਚਰਵਾਏ ਵਰਗੀ ਹੈ ਜਿਹਦੇ ਕੋਲ ਦੇਖਣ ਨੂੰ ਤੇ ਅਗਲਾ ਕਹਿੰਦਾ ਤੇਰੀਆਂ 100 ਮੱਝਾਂ ਤੇ ਪੱਲੇ ਉਹਦੇ ਕੱਖ ਵੀ ਨਹੀਂ ਹੁੰਦਾ। ਐਵੇਂ ਗੁਮਾਨ ਨਾ ਕਰ, ਇੱਥੋਂ ਤੱਕ ਤੇਰਾ ਤੇ ਆ ਜਿਹੜੀ ਚਮੜੀ ਵੇਖਦੀ ਪਈ ਆ ਦਿਨ ਰਾਤ, ਇਹ ਵੀ ਤੇਰੀ ਨਹੀਂ ਹੈ। ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇਹੇ, ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ, ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ। ਬੰਦੇ ਨੂੰ ਸਭ ਤੋਂ ਵੱਡਾ ਭੁਲੇਖਾ ਹੈ, ਮੇਰਾ ਕਿੰਨਾ ਕੁਝ ਹੈ, ਮੈਂ ਕਿੰਨਾ ਕੁਝ ਬਣਾ ਲਿਆ। ਤਰੱਕੀ ਕਰੋ, ਜ਼ਰੂਰ ਤਰੱਕੀ ਕਰੋ, ਮਿਹਨਤ ਕਰੋ, ਕਿਰਤ ਕਰੋ, ਤੰਦਰੁਸਤੀ ਵਾਹਿਗੁਰੂ ਤੁਹਾਨੂੰ ਦਵੇ, ਪਰ ਆ ਜਿਹੜੀ ਮੇਰੀ ਦੀ ਪਕੜ ਹੈ ਨਾ, ਇਹ ਸਾਨੂੰ ਸੰਸਾਰ ਵੱਲੋਂ ਤੇ ਉੱਚਾ ਚੁੱਕੀ ਜਾਂਦੀ ਹੈ, ਪਰ ਆਤਮਿਕ ਤੌਰ ਤੇ ਨਿਘਾਰ ਤੇ ਲੈ ਜਾਂਦੀ ਹੈ। ਜਿੰਨੀ ਮੇਰੀ ਹੈ ਉਹਨੇ ਫਸ ਗਏ ਆ। ਮੇਰੀ ਧਾਰ ਬੰਧਨ ਬੰਧਿਆ, ਤੇ ਲੈ ਕੇ ਕਿੱਥੇ ਗਏ? ਨਰਕ ਸੁਰਗੇ ਅਵਤਾਰ ਮਾਇਆ ਧੰਦਿਆ। ਸਾਨੂੰ ਬਾਬਾ ਰਵਿਦਾਸ ਜੀ ਕਹਿੰਦੇ, ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਤੂੰ ਉਸ ਗੋਇਲੀ ਵਾਂਗ ਕਹਿ ਰਿਹਾ ਮੇਰੇ ਕੋਲ ਏਡਾ ਵੱਗ, ਕੀ ਹੈ ਤੇਰਾ? ਔਰ ਤੇਰੀ ਹਸਤੀ, ਬਾਬਾ ਰਵਿਦਾਸ ਕਹਿੰਦੇ, ਰੁੱਖ ਤੇ ਬੈਠੇ ਪੰਛੀ ਵਰਗੀ ਹੈ, ਜਿਹੜਾ ਭਰਮ ਪਾਲ ਕੇ ਕਹਿੰਦਾ ਰੁੱਖ ਮੇਰਾ, ਡਾਲ ਮੇਰਾ। ਉਹ ਭੋਲਿਆ, ਤੇਰੇ ਤੋਂ ਪਹਿਲਾਂ ਕਿੰਨੇ ਇਸ ਰੁੱਖ ਤੇ ਬੈਠੇ ਤੇ ਉਡਾਰੀਆਂ ਮਾਰ ਕੇ, ਤੇਰਾ ਕੱਖ ਵੀ ਨਹੀਂ ਹੈ। ਇਹ ਉਨੀ ਦੇਰ ਹੀ ਤੂੰ ਭੁਲੇਖਾ ਖਾਈ ਬੈਠਾ ਜਿੰਨੀ ਦੇਰ ਉਸ ਰੁੱਖ ਦੀ ਡਾਲੀ ਤੇ ਬੈਠਾ। ਜੈਸੇ ਤਰਵਰ ਪੰਖ ਬਸੇਰਾ, ਤਰਵਰ ਕਹਿੰਦੇ ਰੁੱਖ ਨੂੰ, ਜਿਵੇਂ ਰੁੱਖ ਤੇ ਪੰਛੀ ਦਾ ਵਾਸਾ, ਘੜੀ 2 ਘੜੀਆਂ ਵਾਸਤੇ ਹੀ ਹੈ। ਦਾਅਵੇ ਨਾ ਕਰ ਰੁੱਖ ਮੇਰਾ ਹੈ। ਇਹ ਅੱਖਰ ਬੜਾ ਪਿਆਰਾ ਵਰਤਿਆ, ਤੂੰ ਗੋਇਲ ਹੈ, ਗੋਇਲੀ ਹੈ ਤੂੰ, ਤੇ ਗੋਇਲ ਵਿੱਚ ਆਇਆ, ਮਤਲਬ ਤੂੰ ਚਰਵਾਹਾ ਹੈ ਤੇ ਚਰਾਂਦ ਵਿੱਚ ਆਇਆ। ਨਾ ਚਰਾਂਦ ਤੇਰੀ ਹੈ ਤੇ ਨਾ ਇਹ ਵੱਗ ਤੇਰਾ। ਤੇ ਜਦੋਂ ਤੇਰੀ ਜ਼ਿੰਦਗੀ ਦੀਆਂ ਸ਼ਾਮਾਂ ਪੈਣੀਆਂ ਤੇ ਫਿਰ ਚੱਲੇ ਜਵਾਰੀ ਦੋਏ ਹੱਥ ਝਾੜ, ਹੱਥ ਖਾਦੀ ਫਿਰ। ਮੁੰਦ ਨਵੇਲੜੀਆ ਗੋਇਲ ਆਈ ਰਾਮ, ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ। ਮਟਕੀ ਕਹਿੰਦੇ ਆ, ਮੱਟ ਹੁੰਦਾ ਸੀ ਨਾ ਕਿ ਵੱਡਾ ਮੱਟ, ਤੇ ਜਿਹੜੀ ਛੋਟੀ ਹੁੰਦੀ ਸੀ ਉਹਨੂੰ ਮਟਕੀ, ਚਾਟੀ, ਵੱਡਾ ਚੱਟ ਵੀ ਕਹਿੰਦੇ ਸੀ ਜਾਂ ਮੱਟ। ਤੇ ਜਿਹੜੀ ਤੂੰ ਬੋਝ ਸਿਰ ਤੇ ਚੁੱਕੀ ਫਿਰਦੀ ਆ ਜਿੰਦੇ, ਇਹ ਮਟਕੀ ਸੁੱਟ ਦੇ, ਕਾਹਨੂੰ ਭਾਰ ਚੁੱਕਿਆ ਹੋਇਆ। ਤੁਰ ਤੇ ਕਿਸੇ ਦੇ ਆਸਰੇ ਰਿਹਾ। ਹੁਣ ਮੰਨ ਲਓ ਬੰਦਾ ਟ੍ਰੇਨ 'ਚ ਚੜਿਆ ਨਾ, ਤੇ ਭੱਜ ਕੀ ਰਹੀ ਹੈ ਟ੍ਰੇਨ, ਕਾਹਦੇ ਆਸਰੇ? ਉਹ ਜਿਹੜੇ ਇੰਜਨ ਦਾ ਜ਼ੋਰ ਲੱਗ ਰਿਹਾ। ਤੇ ਇੱਕ ਬੰਦੇ ਨੇ ਸਿਰ ਤੇ ਪੰਡ ਚੁੱਕੀ ਹੋਈ ਹੈ ਮਣ ਪੱਕੇ ਦੀ, ਤੇ ਉਹ ਸੋਚਦਾ ਮੈਂ ਭਾਰ ਲੈ ਕੇ ਜਾ ਰਿਹਾ। ਉਹ ਤੂੰ ਨਹੀਂ ਲੈ ਕੇ ਜਾ ਰਿਹਾ, ਜਿਹੜਾ ਤੈਨੂੰ ਵੀ ਨਾਲ ਲੈ ਕੇ ਜਾ ਰਿਹਾ ਨਾ, ਉਹ ਲੈ ਕੇ ਜਾ ਰਿਹਾ। ਆਹੀ ਭੁਲੇਖਾ ਇੱਥੇ ਹੈ। ਮਨੁੱਖ ਨੇ ਐਵੇਂ ਹੀ ਛੱਜ ਬੰਨਿਆ ਹੋਇਆ ਸਿਰ ਦੇ ਉੱਤੇ, ਮੇਰੇ ਕਰਕੇ ਪ੍ਰਬੰਧ ਹੈ, ਮੇਰੇ ਕਰਕੇ ਸਾਰਾ ਕੁਝ ਹੈ। ਤੇ ਕਈ ਵਾਰੀ ਤੇ ਇੱਥੋਂ ਤੱਕ ਭੁਲੇਖਾ ਪੈ ਜਾਂਦਾ ਮੇਰੇ ਕਰਕੇ ਪੰਥ ਹੈ। ਇੱਥੇ ਵੀ ਭੁਲੇਖਾ ਖਾ ਜਾਂਦੇ ਆ। ਜਿਹੜੇ ਪੰਥ ਦਾ ਅੰਗ ਬਣ ਕੇ ਅਸੀਂ ਆਪਾਂ ਮਿਟਾਣਾ ਸੀ, ਇਹ ਵੀ ਭੁਲੇਖਾ ਖਾ ਜਾਂਦੇ ਆ ਮੇਰੇ ਕਰਕੇ ਪੰਥ ਹੈ। ਜਿਹੜਾ ਰੋਜ਼ ਪੜ੍ਹਦੇ ਫਿਰਦੇ ਸਿੱਖ ਕਿ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਇਹ ਦਾਵਾ ਜਦੋਂ ਅਸੀਂ ਸਾਰੇ ਕਰਾਂਗੇ ਨਾ, ਤੇ ਸਵਾਏ ਕਲੇਸ਼ ਦੇ ਹੋਰ ਕੁਝ ਵੀ ਨਹੀਂ ਰਹਿਣਾ। ਮੈਂ ਚਲਾ ਰਿਹਾ ਪੰਥ, ਮੇਰੀ ਸਿਆਣਪ। ਇਹ ਪੰਡ ਲਾ ਦੇ, ਭਾਵੇਂ ਉਹ ਪੰਥਕ ਰੂਪ 'ਚ ਹੈ ਤੇ ਭਾਵੇਂ ਨਿੱਜੀ ਰੂਪ 'ਚ ਹੈ। ਹਾਂ, ਤੂੰ ਆਪਣਾ ਫਰਜ਼ ਅਦਾ ਕਰ, ਤੇਰੀ ਜ਼ਿੰਮੇਵਾਰੀ ਵਾਹਿਗੁਰੂ ਨੇ ਲਾਈ ਹੈ। ਮਟਕੀ ਡਾਰ ਧਰੀ ਵਗਾ ਛੋਟੇ ਨੂੰ, ਜਿਹੜਾ ਮੇਰੀ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ ਨਾ,
ਤੂੰ ਕੁਛ ਵੀ ਨਹੀਂ ਹੈ, ਤੂੰ ਗੋਇਲੀ ਹੈ। ਤੇ ਖਾਲੀ ਹੱਥ ਸ਼ਾਮ ਨੂੰ ਚੱਲ ਜਾਣਾ, ਇਹ ਪੰਡ ਉਤਾਰ ਦੇ, ਵਾਹਿਗੁਰੂ ਨਾਲ ਲਿਵ ਲਾ ਲੈ। ਲਿਵ ਲਾਈ ਹਰ ਸਿਉ ਰਹੀ ਗੋਇਲ, ਸਹਿਜ ਸ਼ਬਦ ਸਿਗਾਰੀਆ। ਜਿਹਨਾਂ ਦੀ ਲਿਵ ਲੱਗ ਗਈ ਹੈ ਵਾਹਿਗੁਰੂ ਨਾਲ, ਉਹਨਾਂ ਦੇ ਦੋ ਗੁਣ ਬੜੇ ਕਮਾਲ ਦੇ ਆ, ਭੈਣੋ ਖਿਆਲ ਕਰਿਓ। ਇੱਕ ਤੇ ਉਹਨਾਂ ਦੀ ਜ਼ਿੰਦਗੀ 'ਚ ਸਹਿਜ ਆ ਗਿਆ, ਇੱਕ ਉਹਨਾਂ ਦੀ ਜ਼ਿੰਦਗੀ ਦਾ ਸ਼ਿੰਗਾਰ ਬੜਾ ਸੋਹਣਾ। ਹੁਣ ਜਦੋਂ ਜ਼ਿੰਦਗੀ ਦੇ ਸ਼ਿੰਗਾਰ ਦੀ ਗੱਲ ਆਉਂਦੀ ਹੈ ਤੇ ਦੁਨਿਆਵੀ ਤੌਰ ਤੇ ਸਾਡਾ ਧਿਆਨ ਕਿੱਥੇ ਜਾਂਦਾ? ਆਪਾਂ ਆਪਣੀ ਧੀ ਦਾ ਵਿਆਹ ਹੋਵੇ ਤੇ ਸ਼ਿੰਗਾਰ ਕਰਦੀਆਂ ਸਾਡੀਆਂ ਧੀਆਂ 99% ਨਕਲੀ ਸ਼ਿੰਗਾਰ ਕਰ ਰਹੇ ਹਨ, ਕਿਰਾਏ ਤੇ ਗਹਿਣੇ ਲੈ ਕੇ ਤੇ ਕਿਰਾਏ ਤੇ ਕੱਪੜੇ ਲੈ ਕੇ। ਨਕਲੀ ਗਹਿਣੇ ਰੈਂਟ ਤੇ ਲਏ ਹੋਏ ਆ, ਵਾਪਸ ਕਰਦੇ ਨੇ। ਹੁਣ ਉਹ ਨਕਲੀ ਜ਼ਿੰਦਗੀ, ਨਕਲੀ ਸ਼ਿੰਗਾਰ ਤੇ ਨਕਲੀ ਖੁਸ਼ੀਆਂ। ਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ ਨੂੰ ਸ਼ਿੰਗਾਰਨਾ ਕਾਹਦੇ ਨਾਲ ਹੈ? ਸਹਿਜ ਸ਼ਬਦ ਸ਼ਿੰਗਾਰੀਆ। ਜੇ ਸ਼ਿੰਗਾਰਨਾ ਤੇ ਸ਼ਬਦ ਦੇ ਗੁਣਾਂ ਨਾਲ ਸ਼ਿੰਗਾਰ। ਸ਼ਬਦ ਤੈਨੂੰ ਸਤ ਸੰਤੋਖ ਭਾਉ ਦੇਵੇਗਾ। ਸ਼ਬਦ ਤੈਨੂੰ ਕੀ ਰਹੇਗਾ? ਨਿਵਣ ਸੋ ਅੱਖਰ, ਖਵਣ ਗੁਣ, ਜਿਹਬਾ ਮਣੀਆਂ ਮੰਤ, ਜ਼ੁਬਾਨ ਦੀ ਮਿਠਾਸ ਦੇਵੇਗਾ, ਮਨ ਦੀ ਨਿਮਰਤਾ ਦੇਵੇਗਾ, ਜਰਨ ਦੀ ਸ਼ਕਤੀ ਦੇਵੇਗਾ। ਤੇ ਜਿੱਦਣ ਸ਼ਬਦ ਦੇ ਗੁਣਾਂ ਨਾਲ ਜ਼ਿੰਦਗੀ ਨੂੰ ਸ਼ਿੰਗਾਰੇਂਗੀ, ਉਦੋਂ ਜ਼ਿੰਦਗੀ 'ਚ ਸਹਿਜ ਆਏਗਾ। ਹੇ ਮੁੰਦ, ਹੇ ਇਸਤਰੀ, ਹੇ ਮੇਰੀ ਰੂਹ ਸੁਣ, ਤੈਨੂੰ ਗੁਰੂ ਸ਼ਿੰਗਾਰ ਰਿਹਾ ਸ਼ਬਦ ਨਾਲ, ਤੇ ਇਹ ਗੁਣ ਗ੍ਰਹਿਣ ਕਰ। ਕਰ ਜੋੜ ਗੁਰ ਪਹਿ ਕਰ ਬੇਨੰਤੀ, ਮਿਲਹੁ ਸਾਚ ਪਿਆਰੀਆ। ਤੂੰ ਨਿਮਰਤਾ ਲਿਆ ਤੇ ਹੱਥ ਜੋੜ ਕੇ ਗੁਰੂ ਵਿਚੋਲੇ ਨੂੰ ਕਹਿ ਕਿ ਮੈਨੂੰ ਮੇਰੇ 100 ਨਾਲ ਮਿਲਾ ਦਿਓ, ਮੈਨੂੰ ਮੇਰੇ ਪਿਆਰੇ ਨਾਲ ਮਿਲਾ। ਪਾਪ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂ ਤੂੰ ਦੇਸਾਂ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦਿਓ ਉਪਦੇਸਾ। ਮੈਨੂੰ ਮਿਲਾ ਦਿਓ ਮਹਾਰਾਜ। ਤੂੰ ਤਰਲਾ ਲੈ ਕੇ ਕਿਆ ਕਰ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਉ ਬਕੋ ਸੁਭ ਰਸਨਾ ਦੀਜੈ। ਮੈਂ ਪ੍ਰਾਣ ਤੱਕ ਭੇਟ ਕਰਦਿਆਂ ਇਹ ਜੋਦੜੀ ਕਰਕੇ ਮੈਂ ਪਿਆਰੇ ਨਾਲ ਮਿਲਣਾ ਹੈ। ਤਨ ਭਾਈ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ। ਧਨ ਵੀ ਇਸਤਰੀ, ਧਨ ਫਿਰ ਇਹ ਨਾ ਆਖੀਏ, ਪੜ੍ਹਦੇ ਆ ਨਾ, ਫਿਰ ਪਤੀ ਤੇ ਧਨ ਇਸਤਰੀ। ਕਹਿੰਦੇ ਇਕੱਠੇ ਬੈਠਣ ਨਾਲ ਨਹੀਂ ਇੱਕ ਹੁੰਦਾ, ਏਕ ਜੋਤ ਦੋਏ ਮੂਰਤੀ ਹੋਣਾ ਪੈਂਦਾ। ਇੱਥੇ ਕਿਹਾ ਧਨ ਭਾਏ ਭਗਤੀ ਦੇਖ ਪ੍ਰੀਤਮ। ਜਿੱਦਣ ਇਹ ਜਿੰਦ ਭਗਤੀ ਵਿੱਚ ਰੰਗੀ ਗਈ, ਪ੍ਰੇਮਾ ਭਗਤੀ ਦੇ ਵਿੱਚ, ਤੇ ਮੇਰੇ ਮਾਲਕ ਦਾ ਮਿਲਾਪ ਇੰਨਾ ਪਵਿੱਤਰ ਹੋਣਾ। ਇੱਕ ਤੇ ਦੁਨਿਆਵੀ ਪਤੀ ਦਾ ਮਿਲਾਪ ਹੈ ਨਾ, ਸਰੀਰਕ ਛੋਹਾਂ ਤੱਕ ਸੀਮਤ ਹੈ। ਇਹ ਮਿਲਾਪ ਇੰਨਾ ਪਵਿੱਤਰ ਹੋਣਾ ਕਿ ਇਸ ਮਿਲਾਪ ਨੇ ਅੰਦਰੋਂ ਵਿਕਾਰਾਂ ਨੂੰ ਮਾਰ ਦੇਣਾ ਹੈ। ਨਾਨਕ ਮੁੰਦ ਨਵੇਲ ਸੁੰਦਰ, ਦੇਖ ਫਿਰ ਸਾਧਾਰਿਆ। ਸਾਧਾਰਿਆ, ਧਾਰਨ ਕੀਤਾ, ਫਿਰ ਵਾਲੀ ਹੋ ਗਈ। ਵੇਖੋ ਕਿੰਨੀ ਸੋਹਣੀ ਹੈ ਸੁਭਾਗੀ। ਹੁਣ ਜੇ ਦੁਨਿਆਵੀ ਗਹਿਣੇ ਤੇ ਅੰਤਾਂ ਦੇ ਪਾਏ ਹੋਣ, ਪਰ ਕੰਤ ਵਾਲੀ ਨਾ ਹੋਈ ਹੋਵੇ, ਤੇ ਉਹ ਗਹਿਣੇ ਕੰਨਾਂ ਨੂੰ ਖਾਣ ਨੂੰ ਪੈਂਦੇ। ਸਾਧ ਸੰਗਤ, ਸਖੀ, ਕਾਜਲ, ਹਾਰ, ਤੰਬੋਲ, ਸਭੈ ਕਿਛ ਸਾਜਿਆ, 16 ਕੀਏ ਸ਼ਿੰਗਾਰ ਕਿ ਅੰਜਨ ਪਾਜਿਆ। ਜੇ ਘਰ ਆਵੇ ਕੰਤ, ਫਿਰ ਤੇ ਮੁੱਲ ਪੈ ਗਿਆ। ਜੇ ਘਰ ਆਵੇ ਕੰਤ ਸਭੋ ਕਿਛ ਪਾਈਐ, ਹਰ ਹਾਂ ਕੰਤੈ ਬਾਦ ਸ਼ਿੰਗਾਰ ਸਭ ਬਿਰਥਾ ਜਾਈ। ਆ ਮਹੀਨਾ ਆਰੰਭ ਹੋਇਆ ਤੇ ਤੁਸੀਂ ਬਚਨ ਸੁਣਿਆ ਹੋਏਗਾ, ਭਾਦੋ ਭਰਮ ਭੁੱਲੀ ਭਰ ਜੋਬਨ ਪਛਤਾਣੀ, ਜਲ ਥਲ ਨੀਰ ਭਰੈ ਬਰਸ ਰੁੱਤੇ ਰੰਗ ਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਯ ਪ੍ਰਿਯ ਚਵੈ ਬੰਬੀਹਾ ਬੋਲਾ, ਭਿਅੰਗਮ ਫਿਰੈ ਦਸੰਤੇ, ਮੱਛਰ ਡੰਗ ਸਾਇਰ ਭਰ ਸੁਭਰ, ਬਿਨ ਹਰ ਕਿਉਂ ਸੁਖ ਪਾਈਐ। ਨਾਨਕ ਪੂਛ ਚਲੋ ਗੁਰ ਆਪਣਾ, ਜਹ ਪ੍ਰਭ ਤੈ ਹੀ ਜਾਈਐ। ਰੁੱਤ ਸੋਹਣੀ ਹੈ, ਮੌਸਮ ਬਦਲ ਗਿਆ, ਬਾਰਿਸ਼ ਹੋ ਰਹੀ ਹੈ, ਬੜਾ ਸੋਹਣਾ ਸੁਹਾਵਣਾ, ਮੋਰ ਕੂਕਦੇ ਹੈ ਬਾਗਾਂ ਵਿੱਚ, ਹਰਿਆਵਲ ਹੀ ਹਰਿਆਵਲ ਆ ਗਈ ਹੈ। ਪਰ ਜਿਹੜੀ ਕੰਤ ਤੋਂ ਵੀ ਹੋਣੀ ਹੈ, ਉਹ ਕਿੱਥੇ ਸੁਖੀ ਹੈ। ਸਾਵਣ ਬੜਾ ਸੋਹਣਾ ਆਇਆ ਸੀ, ਸਾਵਣ ਸਰ ਸਮਨਾ ਘਣ ਬਰਸੈ ਰੁੱਤੇ ਆਏ, ਮਨ ਤਨ ਸੌ ਭਾਵੈ ਫਿਰ ਪ੍ਰਦੇਸ ਸਧਾਏ, ਫਿਰ ਘਰ ਨਹੀਂ ਆਵੈ ਮਰੀਐ ਹਾਵੈ, ਦਾਮਨ ਚਮਕ ਡਰਾਈ, ਸੇਜ ਅਕੇਲੀ ਖਰੀ ਦੁਹੇਲੀ, ਮਰਨ ਭਇਆ ਦੁਖ ਮਾਏ। ਕਾਹਦਾ ਮਿਲਾਪ ਤੋਂ ਬਿਨਾਂ ਕਾਹਦਾ ਸੁਖ।
तो ਉਹ ਸੁਭਾਗੀ ਸ਼ਿੰਗਾਰੀ ਹੋਈ ਹੈ ਜਿਹੜੀ ਕੰਤ ਵਾਲੀ ਹੈ। ਸਚ ਨਵੇਲੜੀਏ ਜੋਬਨ ਬਾਲੀ ਰਾਮ। ਇਹ ਜੋਬਨ ਚਮਕੀਏ ਹੋਈਏ, ਹੇ ਬਾਲ ਮੱਤ ਵਾਲੀਏ, ਤੂੰ ਸੱਚ ਨੂੰ ਕਮਾਏਂਗੀ ਤੇ ਨਵੀਂ ਨਵੇਲੀ ਹੈ, ਨਹੀਂ ਤੇ ਫਿਰ ਘਸ ਪਿੱਟ ਕੇ ਜਿੰਦ ਮੈੜੀ ਹੋ ਜਾਏਗੀ, ਕਲੰਕਤ ਹੋ ਜਾਏਗੀ। ਸੱਚ ਨੂੰ ਕਮਾ ਤੂੰ। ਆਉ ਨ ਜਾਉ ਕਹੀਂ ਆਪਣੀ ਸਹਨਾਲੀ ਰਾਮ। ਕਿਤੇ ਆਉਣ ਜਾਣ ਦੀ ਲੋੜ ਨਹੀਂ, ਧੱਕੇ ਖਾਣ ਦੀ ਲੋੜ ਨਹੀਂ ਕਿ ਵੀਰਵਾਰ ਇੱਧਰ ਨੂੰ ਚਲੇ ਗਏ, ਐਤਵਾਰ ਇੱਧਰ ਨੂੰ ਚਲੇ ਗਏ। ਆਓ ਨਾ ਜਾਏ ਕਹੀਂ, ਮੈਨੂੰ ਦੱਸੋ, ਆਓ ਨਾ ਜਾਏ ਕਹੀਂ ਆਪਣੇ ਸਹਿ ਨਾਲੀ। ਮੈਂ ਕਿਤੇ ਨਹੀਂ ਜਾਂਦੀ ਆਪਣਾ ਖਸਮ ਛੱਡ ਕੇ, ਮੈਂ ਆਪਣੇ ਸਹੁ ਦੇ ਨਾਲ ਹਾਂ। ਇਹ ਸੁਹਾਗਣ ਦਾ ਗੁਣ ਹੈ। ਨਾਮ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ। ਨਾ ਆਪਣੇ ਸੰਗ ਨਾ ਖਸਮ, ਪਰਵਾਹ ਨਹੀਂ ਕਿਸੈ ਕੇਰੀ, ਬਾਜ ਸੱਚੈ ਨਾਹ ਦਾ ਅਰਥ ਹੈ ਖਸਮ। ਇਹਦੇ ਕਿਹਾ ਨਾਹ ਆਪਣੇ ਸੰਗ ਦਾਸੀ। ਇਹ ਜਿਹੜੀ ਟਹਿਲਣ ਹੈ ਇਹ ਇਹਨੂੰ ਮਾਣ ਹੈ ਕਿ ਮੈਂ ਆਪਣੇ ਕੰਤ ਦੇ ਨਾਲ ਇਹਦੇ ਭਰੋਸੇ 'ਚ ਜੁਣਾ ਸਾਧ ਸੰਗਤ। तो वो मेरा सौ जड़ा है वो सच्चा सदैव रहन वाला है। अगाध बोध अकथ कथिय सहज प्रभ गुण गावे। कथिया नहीं जा सकता, जड़ा अकथ है जिहदा पारावार नहीं, पर जो फिर ਉਹਦੇ गुण गाउंदा है ना ते जिंदगी विच सहज आउंदा है। राम नाम रसाल रसिया रबै साच प्यारिया। ये रस है जी, जिवें दुनिया झूठे रस ने, जीभ दा वक्ती रस, अखां दा वक्ती रस, कन्नां दा वक्ती रस, यह रस आवे ओह रस ना भावै। ते जदन ये चख लिया राम रस पिया रे, यह रस बिसर गए रस आओ। बिखा बन फीका त्याग रे सखिए, नाम महारस की पीना जी। नाम इनू की क्या नाम, सारे को नाम महारस, नाम महारस पियो, इस महारस नू पीना। तो इत्थे बाणी च शब्द वरतिया सच्चे बादशाह हजूर कहंदे भाई ये जड़ा है उत्तम रस है, बाकी सब रस होशे हन। गुर शब्द दिया दान किया नानका विचारिया। और मैनू की दिता गुरु ने जी, गुरु ने की दिता शब्द दिया। गुरु साडी झोली च की पा रहे हैं, केड़ी बख्शिश है गुर प्रसाद, शब्द। ते जड़ा शब्द नालों टुटा है, माफ करियो महाराज ने क्या वो पागल हो गया। बिन शब्द है जग बौरानन, शब्द गुर पीरा गहर गंभीरा। बिन शब्द है जग बौरानन। गुरमुखो जे असी शब्द नालों ना टुटे हुंदे ते अज जिन्हां दीयां गल्लां कर रहे हैं ना कि लोकी भरम दा जाल पा रहे हैं, ये चोर नहीं सी लगने। पहला सानू अपनियां ने शब्द नाल तोड़िया ते अज बाहरले चोर आ गए। गुरु ने सानू शब्द नाल जोड़िया। सच्चे बादशाह जी ने की दिता, गुर शब्द दिया दान किया, ते उस दान नाल उस बख्शिश नाल नानका विचारिया। फिर ये जिहड़ी जिंद है ये विचारवान बन गई, सोझी वाली सियाणी हो गई। श्री तर मोड़ी फिर संग सूती राम। श्री धर विद्वाना ने अर्थ किए कि माया का कंत है, जड़ा मालिक है, जड़ा सौ है, खसम है, माया पिछे ना भज। जड़ा कंत है जिहदे हाथ विच सारी कायनात है, मैं उहदे प्रेम विच मोही हुई हाँ। श्री धर मोही अड़ी, बहुते ते माया ममता मोहनी च है ना जी, माया ममता मोहनी जिन विण दंता जग खाया। मनमुख खादे गुरमुख उभरे जिनी सच नाम चितलाया। मनमुखा नूं प्रतीत ना आवी अंतर लोभ सौ, गुरमुख प्रतीत विच जुंदा है। तो गुरमुख कहंदा है जिहड़ी गुरमुख रूह है वह भाई करते दे नाल सौ नाल कंत नाल मोही हुई है। फिर संग सुती राम, ओदा दिन रात मेल जड़ा है वो प्यारे परमेश्वर कंत नाल हुंदा है। गुर कै भाए चलो साच संगूती राम। ये सच दा संग है, गुरु दे अनुसार होके चलना। मन साच संगूती हर संग सूती, संग सखी सहेली
ਵਸਲ ਮਿਲਿਆ ਇਹ ਸਤ ਸੰਗੀ ਰੂਹੋ ਤੇ ਸੱਚ ਦੇ ਵਿੱਚ ਰੱਤੀ ਗਈ। ਇੱਕ ਭਾਈ ਇੱਕ ਮਨ ਨਾਮ ਵਸਿਆ, ਸਤਿਗੁਰੂ ਹਮ ਮੇਲਿਆ। ਇੱਕ ਪਾਏ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਕੀ ਹੋਇਆ? ਇੱਕ ਪਾਏ ਇੱਕ ਮਨ ਨਾਮ ਵਸਿਆ ਤੇ ਸਤਿਗੁਰੂ ਹਮ ਮੇਲਿਆ। ਫਿਰ ਇਹ ਹੈ ਨਿਸ਼ਾਨੀ ਗੁਰੂ ਨਾਲ ਮਿਲਣ ਦੀ। ਇੱਕ ਮਨ ਇੱਕ ਚਿੱਤ ਭਾਏ ਜਦੋਂ ਬਣ ਗਿਆ, ਮਨ ਦਾ ਖੰਡਾ ਮੁੱਕ ਗਿਆ, ਇੱਧਰ ਉੱਧਰ ਦੀ ਝਾਕ ਮੁੱਕ ਗਈ, ਫਿਰ ਉਹ ਜਿੰਦ ਗੁਰੂ ਨਾਲ ਮਿਲੀ ਪ੍ਰਵਾਨ ਹੈ। ਦਿਨ ਰੈਣ ਘੜੀ ਨਾ ਚਸਾ ਵਿਸਰਾ, ਸਾਸ ਸਾਸ ਨਿਰੰਜਨੋ। ਇੱਕ ਛਿਨ ਵਾਹਿਗੁਰੂ ਭਾਵੇਂ ਦਿਨ ਹੋਵੇ ਰਾਤ ਹੋਵੇ ਸਾਹ ਹੋਵੇ ਅੱਖੀ ਝਮਕਣ ਜਿੰਨਾ ਸਮਾਂ ਵਾਹਿਗੁਰੂ ਪਿਆਰਾ ਨਾ ਵਿਸਰੇ। ਸ਼ਬਦ ਜੋਤ ਜਗਾਏ ਦੀਪਕ, ਨਾਨਕਾ ਪਉ ਭੰਜਨੋ। ਜੋਤ ਜਗਾਇਆ ਕਰੋ ਜੀ। ਜੋਤ ਜਗਾਉਂਦੇ ਹੋ ਭੈਣੋ? ਗੁਰੂ ਸਾਹਿਬ ਜੀ ਅੱਜ ਸਾਨੂੰ ਕਹਿ ਰਿਹਾ ਜੋਤ ਜਗਾਇਆ ਕਰੋ। ਪਰ ਕਿਹੜੀ ਜੋਤ? ਸ਼ਬਦ ਜੋਤ ਜਗਾਏ ਦੀਪਕ। ਸ਼ਬਦ ਜੋਤ ਗੁਰਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਏ। ਦੀਵਾ ਚਾਹੀਦਾ, ਜੋਤ ਜਗਾਇਆ ਕਰੋ। ਪਰ ਜੋਤ ਉਹ ਜਿਹੜੀ ਸਾਡੀ ਰੂਹ ਨੂੰ ਰੁਸ਼ਨਾ ਦੇ, ਜਿਹੜੀ ਲੋਕ ਸਾਡਾ ਲੋਕ ਪਰਲੋਕ ਚਾਨਣ ਕਰਦੇ, ਉਹ ਜੋਤ ਹੈ ਗੁਰਸ਼ਬਦ ਦੀ। ਗੁਰਸਾਖੀ ਜੋਤ ਪ੍ਰਗਟ ਹੋਈ, ਜਗਦੀ ਪਈ ਹੈ, ਸਿੱਖਿਆ ਲੈ, ਤੂੰ ਉਸ ਜੋਤ ਦੇ ਚਾਨਣ ਚ ਆ ਜਾਏਗਾ। ਮਹਾਰਾਜ ਕਹਿੰਦੇ ਹਰ ਘਰ ਚ ਹਰ ਹਿਰਦੇ ਚ ਜੋਤ ਜਗੇ। ਗੁਰੂ ਦੇ ਸ਼ਬਦ ਦੀ ਜੋਤ ਪਿਰ ਦੇ ਨਾਲ ਜ਼ਿੰਦਗੀ ਨੂੰ ਜੋੜਦੀ ਹੈ। ਜੋਤ ਸਬਾਈੜੀਏ ਤ੍ਰਿਭਵਨ ਸਾਰੇ ਰਾਮ। ਜੋਤ ਸੁਭਾਈ ਕਿੱਥੇ ਆ ਹੁਣ? ਉਹ ਜੋਤ ਇੱਕ ਜਗ੍ਹਾ ਤੇ ਨਹੀਂ ਕੋਈ ਫਲਾਣੇ ਥਾਂ ਜੋਤ ਜਗਦੀ ਹੈ, ਨਹੀਂ, ਉਹ ਜੋਤ ਸਾਰੇ ਜਗਤ ਵਿੱਚ ਹੈ। ਜੋਤ ਸੁਭਾਈ ਅੜੀਏ ਤੇ ਭਵਨ ਸਾਰੇ ਰਾਮ। ਖੰਡਾਂ ਬ੍ਰਹਮੰਡਾਂ ਚ ਜਿਹੜੀ ਮਹਾਰਾਜ ਕਹਿੰਦੇ ਨਾ ਸਭ ਨੇ ਜੋਤ ਜੋਤ ਹੈ ਸੋਏ। ਸਤਿਗੁਰ ਸ਼ਬਦ ਉਜਾਰੋ ਦੀਪਾ, ਇਹਨੇ ਰੁਸ਼ਨਾਨਾ ਸਾਡੇ ਜੀਵਨ ਨੂੰ। ਤੇ ਉਹ ਰੱਬੀ ਜੋਤ ਸਾਰੀ ਕਾਇਨਾਤ ਵਿੱਚ ਜਗ ਰਹੀ ਹੈ। ਘਟ ਘਟ ਰਬ ਰਹਿਆ, ਅਲਖ ਅਪਾਰੇ ਰਾਮ। ਜਿਹਦਾ ਕੋਈ ਪਾਰਾਵਾਰ ਨਹੀਂ, ਉਹ ਸਭ ਘਟਾਂ ਵਿੱਚ ਪੂਰਨ ਹੈ। ਅਲਖ ਅਪਾਰ ਅਪਾਰ ਸਾਚਾ, ਆਪ ਮਾਰ ਮਿਲਾਈਐ। ਉਹ ਲਖਿਆ ਤੇ ਨਹੀਂ ਜਾਂਦਾ, ਪਰ ਜੇ ਆਪਾ ਮਾਰੀਏ ਤੇ ਫਿਰ ਮਿਲਦਾ। ਆਪ ਗਵਾਈਐ ਤਾਂ ਸਹੁ ਪਾਈਐ। ਔਰ ਕੈਸੀ ਚਤੁਰਾਈ, ਤੂੰ ਆਪੇ ਨੂੰ ਮਾਰ ਕੇ, ਨਿਜ ਨੂੰ ਮੈਂ ਨੂੰ ਮਾਰ ਕੇ ਮਿਲਦਾ ਹੈ। ਹਉ ਮੈਂ ਮਮਤਾ ਲੋਭ ਜਾਲ, ਸ਼ਬਦ ਨਾਲ ਚੁਕਾਈਐ। ਸ਼ਬਦ ਨਾਲ ਉਜਲੀ ਹੋਣਾ। ਹਉਮੈ ਨੂੰ, ਇਹ ਕਸ਼ਿਸ਼ ਹੈ ਜਿਹੜੀ ਸੰਸਾਰ ਦੀ ਮਾਇਆ ਦੀ ਖਿੱਚ ਹੈ, ਮੋਹ ਨੂੰ, ਇਹਨੂੰ ਸਾੜ ਦੇ। ਤੇ ਜੇ ਜ਼ਿੰਦਗੀ ਉਜਲ ਕਰਨੀ ਹੈ ਤੇ ਸ਼ਬਦ ਮੈਲ ਚੁਕਾਈ ਹੈ। ਕਿਸੇ ਨਦੀਆਂ ਨਾਲਿਆਂ ਤੇ ਨਹਾਤਿਆਂ ਮੈਲ ਨਹੀਂ ਉਤਰਨੀ। ਇਹ ਸ਼ਬਦ ਦੀ ਕਮਾਈ ਤੇਰੇ ਜੀਵਨ ਨੂੰ ਨਿਰਮਲ ਕਰੇਗੀ। ਦਰ ਜਾਏ ਦਰਸ਼ਨ ਕਰੀ ਭਾਣੈ, ਤਾਰ ਤਾਰ ਨਹਾਰਿਆ। ਇਹ ਮਾਲਕ ਜੀ, ਇਹ ਸੁਹਾਗਣ ਪ੍ਰਵਾਨ ਹੋਵੇ, ਤੇਰੇ ਦਰ ਤੇ ਆਏ, ਤੇਰੇ ਦੀਦਾਰ ਹੋਣ ਤੇ ਤਾਰ ਨਹਾਰੇ ਪਾਤਸ਼ਾਹ। ਮੈਂ ਡੁੱਬਣ ਤੋਂ ਬਚ ਜਾਵਾਂ, ਮੈਨੂੰ ਤਾਰ ਲੈ। ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ, ਨਾਨਕਾ ਔਰ ਧਾਰਿਆ। ਫਿਰ ਇਸ ਜਿੰਦ ਦੀ ਤ੍ਰਿਸ਼ਨਾ ਮੁੱਕ ਗਈ ਜੀ, ਤ੍ਰਿਪਤ ਹੋ ਗਈ। ਕਿਵੇਂ ਤ੍ਰਿਪਤ ਹੋਈ? ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ। ਚੱਖਿਆ ਨਾ ਇਹ ਰਸ, ਤੇ ਇਸ ਰਸ ਨੇ ਭੁੱਖਾਂ ਮਿਟਾ ਦਿੱਤੀਆਂ, ਤਮਾ ਮਿਟਾ ਦਿੱਤੀ। ਕਿਤੇ ਨਹੀਂ ਭਟਕੇਗੀ ਜਦੋਂ ਤਮਾ ਮਿਟ ਗਈ। ਨਾਨਕਾ ਔਰ ਧਾਰਿਆ, ਹਿਰਦੇ ਦੇ ਅੰਦਰ ਜਿਹੜਾ ਰਸਨਾ ਤੇ ਆਇਆ। ਅਰਦਾਸ ਕਰੀਏ ਮਹਾਰਾਜ ਹਿਰਦੇ ਅੰਦਰ ਵੀ ਵਸੇ। ਤੇ ਜਦੋਂ ਹਿਰਦੇ ਚ ਵਸਦਾ ਤੇ ਉਹਦੀ ਬਰਾਬਰੀ ਫਿਰ ਕੋਈ ਜਪ ਤਪ ਨਹੀਂ ਕਰ ਸਕਦਾ, ਕੋਈ ਹੱਥ ਕਰਮ ਉਹਦੀ ਬਰਾਬਰੀ ਨਹੀਂ ਕਰ ਸਕਦਾ। ਰਾਮ ਨਾਮ ਔਰ ਮਹਿ ਗਇਓ, ਜਾਂ ਕੈ ਸਮ ਨਹੀਂ ਕੋਏ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰ ਹੋਏ। ਨਾ ਤੁਹਾਡੇ ਸੰਕਟ ਰਹਿਣਗੇ ਤੇ ਮੇਲ ਪਿਆਰੇ ਨਾਲ ਹੋ ਜਾਏਗਾ ਜੇ ਹਿਰਦੇ ਚ ਚਲਿਆ ਗਿਆ। ਸੋ ਮਹਾਰਾਜ ਨੇ ਰਹਿਮਤ ਕੀਤੀ। ਸਾਧ ਸੰਗਤ ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਬਖਸ਼ ਲੈਣੀਆਂ।
ਪੰਕਤੀ ਨੂੰ ਇੱਕ ਵਾਰ ਫੇਰ ਸੁਣੀਏ ਜੀ। ਧਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰਨ ਹਾਰ